ਵੈਲਕਮ 8th ਕਲਾਸ ਸਟੂਡੈਂਟਸ। ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੀ ਜਿਹੜੀ ਨੈਸ ਬੁੱਕਲੈਟ ਆਈ ਹੋਈ ਹੈ ਉਸਦੇ ਸੈਂਪਲ ਪੇਪਰ ਨੰਬਰ 5 ਨੂੰ ਸੋਲਵ ਕਰ ਰਹੇ ਹਾਂ। ਤੇ ਇਹਦੇ ਆਪਾਂ ਇਸ ਵੀਡੀਓ ਦੇ ਵਿੱਚ ਫਸਟ 15 ਕੁਐਸਚਨਸ ਨੂੰ ਕਵਰ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ 15 ਕੁਐਸਚਨਸ ਨੂੰ ਕਵਰ ਕਰਕੇ ਪੇਪਰ ਕੰਪਲੀਟ ਕਰ ਲਾਂਗੇ। ਫਸਟ ਕੁਐਸਚਨ ਦੇਖੋ ਬੇਟਾ, ਇਹਨਾਂ ਵਿੱਚੋਂ ਕਹਿੰਦੇ ਕਿਹੜੀਆਂ ਪਰਿਮੇਯ ਸੰਖਿਆਵਾਂ ਦੇ ਜੋੜ ਦਾ ਸਹਿਚਾਰਤਾ ਗੁਣ ਦਰਸਾ ਰਿਹਾ ਹੈ। Which of the following is representing the associative property of addition of rational numbers? ਤਾਂ ਬੇਟਾ ਪਹਿਲਾਂ ਇਹ ਸਮਝੋ ਐਸੋਸੀਏਟਿਵ ਪ੍ਰੋਪਰਟੀ ਹੁੰਦੀ ਕੀ ਹੈ। ਦੇਖੋ ਓਵਰ ਐਡੀਸ਼ਨ ਚਾਹੀਦੀ ਆਪਾਂ ਨੂੰ, ਮਤਲਬ ਪਲੱਸ ਦੇ ਸਾਈਨ 'ਚ, ਠੀਕ ਹੈ। ਤਾਂ ਜਦੋਂ ਆਪਾਂ ਬੇਟਾ ਤਿੰਨ ਰਕਮਾਂ ਦਿੱਤੀਆਂ ਹੋਣ, ਫਸਟ 2 ਨੂੰ ਪਲੱਸ ਕਰੀਏ, ਬਾਅਦ ਵਿੱਚ ਥਰਡ ਪਲੱਸ ਕਰੀਏ, ਸੈਕਿੰਡ ਥਰਡ ਨੂੰ ਪਲੱਸ ਕਰੀਏ, ਬਾਅਦ 'ਚ ਫਸਟ ਪਲੱਸ ਕਰੀਏ ਤਾਂ ਸੇਮ ਆਨਸਰ ਆਵੇ, ਤਾਂ ਉਸ ਰੂਲ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਬੇਟਾ ਐਸੋਸੀਏਟਿਵ ਪ੍ਰੋਪਰਟੀ। ਤਾਂ ਰੈਸ਼ਨਲ ਨੰਬਰਸ ਦੇ ਵਿੱਚ ਵੀ ਇਹ ਲਾਗੂ ਹੁੰਦੀ ਹੈ। ਤਾਂ ਇਹ ਬੇਟੇ ਕਿਹੜੇ ਆਪਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਸੇਮ ਲਿਖਿਆ ਹੋਇਆ ਆਪਾਂ ਨੂੰ ਦਿਖ ਰਿਹਾ ਹੈ, ਸੈਕਿੰਡ ਆਪਸ਼ਨ ਦੇ ਵਿੱਚ, ਕਿਉਂਕਿ ਇੱਥੇ ਦੇਖੋ 0 ਐਡ ਕੀਤੀ ਹੋਈ ਹੈ, ਇੱਥੇ ਮਲਟੀਪਲਾਈ ਦਾ ਸਾਈਨ ਹੈ, ਤੇ ਫਸਟ ਵਾਲਾ ਜਿਹੜਾ ਹੈ ਉਹ ਕਲੀਅਰ ਕੱਟ ਕਮੂਟੇਟਿਵ ਪ੍ਰੋਪਰਟੀ ਹੈ। ਤਾਂ ਕਿਹੜੀ ਵੀ ਆਪਣੇ ਕੋਲ ਆਪਸ਼ਨ ਸਹੀ ਹੋਊਗੀ ਬੇਟਾ ਜੀ, ਸੈਕਿੰਡ। ਨੈਕਸਟ ਕੁਐਸਚਨ ਹੈ, 0 ਅਤੇ -1 ਦੇ ਵਿਚਕਾਰ ਕਿੰਨੀਆਂ ਪਰਿਮੇਯ ਸੰਖਿਆਵਾਂ ਹਨ। ਹਾਊ ਮੈਨੀ ਰੈਸ਼ਨਲ ਨੰਬਰਸ ਆਰ ਦੇਅਰ ਬਿਟਵੀਨ 0 ਐਂਡ -1। ਹੁਣ 0 ਬੇਟਾ -1 ਉਹਦੀ ਲੈਫਟ ਸਾਈਡ 'ਤੇ ਹੋਊਗਾ। ਇਹਨਾਂ ਦੇ ਵਿਚਾਲੇ ਜਿਹੜੀਆਂ ਪਰਿਮੇਯ ਸੰਖਿਆਵਾਂ ਨੇ ਉਹ ਅਨੰਤ ਹੋਣਗੀਆਂ, ਠੀਕ ਹੈ ਜੀ, ਇਨਫਿਨਿਟ ਹੋਣਗੀਆਂ। ਥਰਡ ਕੁਐਸਚਨ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਇੱਕ ਉਲਟ ਸਮਾਨ ਅਨੁਪਾਤ ਦੀ ਉਦਾਹਰਨ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਇਨਵਰਸ ਪ੍ਰਪੋਰਸ਼ਨ। ਹੁਣ ਉਲਟਾ ਸਮਾਨ ਅਨੁਪਾਤ, ਇਨਵਰਸ ਪ੍ਰਪੋਰਸ਼ਨ ਕੀ ਹੁੰਦਾ ਬੇਟਾ, ਕਿ ਇੱਕ ਚੀਜ਼ ਦੀ ਜਿਹੜੀ ਹੈ ਆਪਣੀ ਵੱਧ ਰਹੀ ਹੈ ਤਾਂ ਦੂਸਰੀ ਚੀਜ਼ ਉਹਦੇ ਕੰਪੈਰੇਟਿਵਲੀ ਘਟ ਰਹੀ ਹੈ, ਠੀਕ ਹੈ। ਜਦੋਂ ਇੱਕ ਚੀਜ਼ ਵਧੇ ਤਾਂ ਦੂਸਰੀ ਚੀਜ਼ ਘਟੇ। ਹੁਣ ਚੀਜ਼ ਦਾ ਮਤਲਬ ਕੀ ਹੈ, ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਪੀਡ ਆਪਾਂ ਤੇਜ਼ ਕਰਤੀ ਅਤੇ ਸਮਾਂ ਘੱਟ ਲੱਗਣ ਲੱਗ ਗਿਆ, ਹੈ ਨਾ। ਉਸ ਤਰ੍ਹਾਂ ਨਾਲ ਆਪਾਂ ਲੱਭਣਾ ਹੈ ਕਿ ਇੱਕ ਚੀਜ਼ ਨੂੰ ਵਧਾਈਏ ਅਤੇ ਦੂਸਰੀ ਚੀਜ਼ ਘਟ ਜਾਵੇ। ਤਾਂ ਆਪਸ਼ਨਾਂ ਦੇਖੋ, ਏਰੀਆ ਆਫ ਲੈਂਡ ਅੰਡਰ ਕਲਟੀਵੇਸ਼ਨ ਐਂਡ ਹਾਰਵੈਸਟਡ ਕ੍ਰੌਪ। ਤਾਂ ਕਹਿੰਦੇ ਜਿੰਨੀ ਖੇਤੀ ਕਰਨ ਲਈ ਜ਼ਮੀਨ ਦਾ ਖੇਤਰਫਲ ਹੈ ਅਤੇ ਕੱਟੀ ਹੋਈ ਫਸਲ। ਹੁਣ ਬੇਟੇ ਜੇ ਮੇਰੇ ਕੋਲ ਇੰਨਾ ਕੁ ਖੇਤ ਹੈ ਅਤੇ ਇਹਦੇ ਵਿੱਚ ਮੈਂ ਫਸਲ ਉਗਾ ਲਈ, ਜਿੰਨਾ ਮੇਰੇ ਕੋਲ ਖੇਤਰਫਲ ਹੈਗਾ ਸੀ, ਤਾਂ ਮੈਂ ਉਨੀ ਕੀ ਫਸਲ ਕੱਟ ਪਾਊਂਗੀ ਨਾ, ਮੇਰੇ ਕੋਲ ਵੱਧ ਜਾਂ ਘੱਟ ਫਸਲ ਨਹੀਂ ਆ ਸਕਦੀ। ਤਾਂ ਇਹਦਾ ਮਤਲਬ ਇਹ ਉਲਟਨ ਸਮਾਨ ਅਨੁਪਾਤ ਦੀ ਉਦਾਹਰਣ ਨਹੀਂ ਹੈਗੀ। ਸੇਬਾਂ ਦੀ ਕੀਮਤ ਅਤੇ ਖਰੀਦੇ ਗਏ ਸੇਬਾਂ ਦੀ ਮਾਤਰਾ। ਨਹੀਂ ਬੇਟੇ ਇਹਨਾਂ ਦਾ ਵੀ ਕੋਈ ਕੰਸਰਨ ਨਹੀਂ। ਹੁਣ ਜੇ ਕਈ ਵਾਰੀ ਕੋਈ ਬੰਦਾ ਬਿਮਾਰ ਹੈ ਤਾਂ ਉਹਨੂੰ ਮਹਿੰਗੇ ਸੇਬ ਵੀ ਖਰੀਦਣੇ ਪੈ ਸਕਦੇ ਨੇ, ਹੈ ਨਾ। ਤਾਂ ਇਹ ਉਦਾਹਰਣ ਇਹਦੀ ਨਹੀਂ ਹੋ ਸਕਦੀ। ਇੱਕ ਸਮਾਨ ਚਾਲ ਨਾਲ ਕਿਸੇ ਯਾਤਰਾ ਵਿੱਚ ਲਿਆ ਗਿਆ ਸਮਾਂ ਅਤੇ ਤੈਅ ਕੀਤੀ ਦੂਰੀ, ਟਾਈਮ ਟੇਕਨ ਇਨ ਅ ਜਰਨੀ ਵਿਦ ਸੇਮ ਸਪੀਡ ਐਂਡ ਦਾ ਡਿਸਟੈਂਸ ਕਵਰਡ। ਨਹੀਂ ਬੇਟਾ ਇਹ ਬਿਲਕੁਲ ਵੀ ਉਲਟ ਅਨੁਪਾਤ ਨਹੀਂ ਹੈਗਾ। ਕਿਸੇ ਦੇਸ਼ ਦੀ ਜਨਸੰਖਿਆ ਅਤੇ ਪ੍ਰਤੀ ਵਿਅਕਤੀ ਜ਼ਮੀਨ ਦਾ ਖੇਤਰਫਲ, ਪੋਪੂਲੇਸ਼ਨ ਆਫ ਏ ਕੰਟਰੀ ਐਂਡ ਏਰੀਆ ਪਰ ਕੈਪੀਟਾ, ਮਤਲਬ ਪਰ ਵਿਅਕਤੀ ਉਹਦਾ ਖੇਤਰਫਲ। ਹੁਣ ਦੇਖੋ ਬੇਟਾ, ਮੰਨ ਲਓ ਆਪਣੇ ਦੇਸ਼ ਕੋਲ ਇਹ ਜ਼ਮੀਨ ਹੈ, ਠੀਕ ਹੈ, ਅਤੇ ਇਹਦੇ 'ਤੇ ਜੇ 5 ਬੰਦੇ ਰਹਿ ਰਹੇ ਨੇ ਤਾਂ ਮੰਨ ਲਓ 5 ਬੰਦਿਆਂ ਨੇ ਇੱਦਾਂ ਕਰਕੇ, ਚਲੋ ਇੱਕ ਕੋਲ ਵੱਧ ਵੀ ਹੋ ਸਕਦੀ ਹੈ ਨਾ, 1 2 3 4, ਪੰਜਵੇਂ ਕੋਲ ਥੋੜ੍ਹੀ ਛੋਟੀ ਹੋ ਸਕਦੀ ਹੈ। ਹੁਣ ਜੇ ਇਹ ਸੰਖਿਆ 5 ਤੋਂ ਵੱਧ ਕੇ 15 ਹੋ ਜਾਵੇ ਤਾਂ ਫਿਰ ਕੀ ਹੋਊਗਾ, ਜ਼ਮੀਨ ਹੋਰ ਟੁਕੜਿਆਂ ਦੇ ਵਿੱਚ ਵੰਡੀ ਜਾਊਗੀ। ਜੇ 15 ਤੋਂ 15 100 ਹੋ ਜਾਵੇ ਫਿਰ ਤਾਂ ਪਤਾ ਹੀ ਨਹੀਂ ਕਿੰਨੇ ਛੋਟੇ ਛੋਟੇ ਟੁਕੜਿਆਂ 'ਚ ਵੰਡੀ ਜਾਊਗੀ। ਤਾਂ ਤੁਸੀਂ ਕੀ ਦੇਖ ਰਹੇ ਹੋ, ਜਨਸੰਖਿਆ ਜਿਉਂ-ਜਿਉਂ ਵਧੀ ਜਾਂਦੀ ਹੈ, ਜ਼ਮੀਨ ਦਾ ਜਿਹੜਾ ਖੇਤਰਫਲ ਹੈ, ਪ੍ਰਤੀ ਵਿਅਕਤੀ ਜ਼ਮੀਨ ਦਾ ਜਿਹੜਾ ਖੇਤਰਫਲ ਹੈ ਉਹ ਘਟੀ ਜਾਂਦਾ। ਤਾਂ ਬੇਟਾ ਇਹੀ ਉਲਟ ਸਮਾਨ ਅਨੁਪਾਤ ਦੀ ਉਦਾਹਰਣ ਹੈ। ਨੈਕਸਟ ਦੇਖੋ, ਪਰਿਮੇਯ ਸੰਖਿਆ -p/q ਦਾ ਜੁੜਾਤਮਕ ਉਲਟ, ਐਡੀਟਿਵ ਇਨਵਰਸ। ਤਾਂ ਬੇਟਾ ਜੀ ਜਦੋਂ ਆਪਣੇ ਕੋਲ -p/q ਹੈ ਤਾਂ ਇਹਦਾ ਜੁੜਾਤਮਕ ਉਲਟ ਉਹ ਹੋਊਗਾ ਜਿਸ ਨੂੰ ਜੋੜਨ 'ਤੇ ਆਨਸਰ 0 ਬਣ ਜਾਵੇ, ਯਾਨੀ ਕਿ ਆਪਣੀ ਐਡੀਟਿਵ ਆਈਡੈਂਟਿਟੀ ਆ ਜਾਵੇ। ਤਾਂ ਉਹ ਕਿਹੜੀ ਹੋ ਸਕਦੇ ਆ, ਆਪਸ਼ਨ p/q। ਕਿੱਥੇ ਲਿਖਿਆ ਹੋਇਆ ਜੀ, 4th ਆਪਸ਼ਨ ਦੇ ਵਿੱਚ, ਠੀਕ ਹੈ ਬੇਟਾ। ਐਡੀਟਿਵ ਇਨਵਰਸ ਦਾ ਤੁਹਾਨੂੰ ਪਤਾ ਹੈ ਨਾ ਸਾਰਾ ਫਾਰਮੂਲਾ, ਕਿ ਜਦੋਂ ਆਪਾਂ ਕਿਸੇ ਨੰਬਰ ਦੇ ਵਿੱਚ ਉਹਦਾ ਨੈਗੇਟਿਵ ਜੋੜਦੇ ਹਾਂ ਅਤੇ ਆਨਸਰ 0 ਆਉਂਦਾ ਹੈ ਤਾਂ 0 ਨੂੰ ਆਪਾਂ ਐਡੀਟਿਵ ਆਈਡੈਂਟਿਟੀ ਕਹਿੰਦੇ ਹੁੰਦੇ ਹਾਂ, ਅਤੇ ਜੋ ਜੋੜ ਕੇ 0 ਬਣਿਆ ਉਹਨੂੰ ਆਪਾਂ ਐਡੀਟਿਵ ਇਨਵਰਸ ਕਹਿੰਦੇ ਹੁੰਦੇ ਹਾਂ। ਨੈਕਸਟ ਕੁਐਸਚਨ, ਜਦੋਂ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਪਾਸਾ ਮਤਲਬ ਬੇਟਾ ਜੀ ਲੂਡੋ ਦੀ ਗੀਟੀ,
ਤਾਂ 3 ਦੇ ਗੁਣਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ? When a dice is thrown once, then what is the probability of getting a multiple of 3? ਤਾਂ ਰਾਜੇ ਜਦੋਂ ਆਪਣੇ ਕੋਲੇ ਡਾਈਸ ਨੂੰ ਸਿੱਟਦੇ ਹਾਂ ਤਾਂ ਟੋਟਲ ਰਿਜ਼ਲਟਸ ਕਿੰਨੇ ਹੁੰਦੇ ਨੇ? 6। ਇਹਨਾਂ ਵਿੱਚੋਂ 3 ਦੇ ਮਲਟੀਪਲਸ ਕਿਹੜੇ ਨੇ? 3 ਤੇ 6 ਦੋ ਹੀ ਨੇ, ਠੀਕ ਹੈ, ਜਿਹੜੇ 3 ਦੇ ਪਹਾੜੇ 'ਤੇ ਆਉਂਦੇ ਨੇ। ਤਾਂ ਫੇਵਰੇਬਲ ਇਵੈਂਟਸ ਆਪਣੇ ਕੋਲ ਹੋ ਗਏ 2, ਟੋਟਲ ਹੋ ਗਏ 6, ਤਾਂ ਆਨਸਰ ਕਿੰਨਾ ਆ ਜੂਗਾ ਕੱਟ ਕੇ? 1/3। ਪ੍ਰੋਬੇਬਿਲਿਟੀ ਦਾ ਫਾਰਮੂਲਾ ਯਾਦ ਕਰ ਲਓ। ਉੱਪਰਲੇ ਪਾਸੇ ਹੁੰਦਾ ਆਪਣੇ ਕੋਲੇ ਅਨੁਕੂਲ ਪਰਿਣਾਮ ਤੇ ਹੇਠਲੇ ਪਾਸੇ ਹੁੰਦਾ ਕੁੱਲ ਪਰਿਣਾਮ, ਠੀਕ ਹੈ। ਹੁਣ ਦੇਖੋ ਇਹ ਵਾਲਾ ਕੁਐਸਚਨ, ਇਹਨੇ ਕਿਹਾ ਕਿਸੇ ਸਕੂਲ ਦੀ ਇੱਕ ਵਿਸ਼ੇਸ਼ ਜਮਾਤ ਦੇ ਹੇਠਾਂ ਲਿਖੇ ਛੜ ਗ੍ਰਾਫ ਨੂੰ ਪੜ੍ਹ ਕੇ ਦੱਸੋ ਕਿਹੜੇ 2 ਸਾਲਾਂ ਵਿਚਕਾਰ ਵਿਦਿਆਰਥੀਆਂ ਦੀ ਸੰਖਿਆ ਦੁੱਗਣੀ ਹੋਈ ਹੈ। Read the following bar graph of a particular class of a school and tell during which 2 years the number of students doubled। ਤਾਂ ਬੇਟਾ ਇਹ ਦੇਖਣ ਲਈ ਆਪਾਂ ਨੂੰ ਦੇਖਣਾ ਪਊਗਾ ਕਿ ਹਰੇਕ ਸਾਲ ਦੇ ਵਿੱਚ ਕਿੰਨੀ ਵਿਦਿਆਰਥੀਆਂ ਦੀ ਸੰਖਿਆ ਹੈ। ਚਲੋ ਜੀ ਦੇਖਦੇ ਹਾਂ। ਜਿਹੜੀ ਪਹਿਲਾ ਜਿਹੜਾ ਬਾਰ ਹੈ ਬੇਟਾ ਉਹ 20 ਔਰ 40 ਦੇ ਵਿਚਾਲੇ ਬਣਾਇਆ ਹੋਇਆ, ਇਟ ਮੀਨਸ ਦਿਸ ਇਜ਼ 30। ਅਗਲਾ ਜਿਹੜਾ ਹੈ 40 ਕਲੀਅਰ ਕੱਟ ਦਿਖ ਰਿਹਾ ਹੈ। ਨੈਕਸਟ ਦੇਖੋ ਬੇਟਾ, ਉਹ ਥੋੜ੍ਹਾ ਧਿਆਨ ਨਾਲ ਦੇਖੋ, ਮੈਂ ਇੱਥੋਂ ਮਿਟਾਈ ਦਿੰਦੀ ਹਾਂ ਫਿਰ ਤੁਹਾਨੂੰ ਕਲੀਅਰ ਦਿਖਣ ਲੱਗ ਜੂਗਾ। ਦੇਖੋ ਇਹਦਾ ਜਿਹੜਾ ਸੈਂਟਰ ਹੈ ਉਹ ਇੱਥੇ ਜਾਊਗਾ, ਪਰ ਇਹ ਸੈਂਟਰ ਤੋਂ ਵੀ ਨੀਚੇ ਹੈ, ਤਾਂ 40 ਯਾਨੀ ਕਿ 50 ਤੋਂ ਵੀ ਇਹ ਨੀਚੇ ਹੈ, ਤਾਂ ਇਹਨੂੰ ਆਪਾਂ 45 ਮੰਨ ਲੈਂਦੇ ਹਾਂ, ਕਿਉਂਕਿ ਅੰਦਾਜ਼ਾ ਹੀ ਲਗਾ ਸਕਦੇ ਆਪਾਂ ਨੂੰ ਕਲੀਅਰ ਕੱਟ ਤਾਂ ਇੱਥੇ ਲਾਈਨਸ ਦਿਖ ਨਹੀਂ ਰਹੀਆਂ। ਤੋ ਇਹ ਕਿੰਨਾ ਸੀ ਜੀ? ਫਸਟ 30, ਸੈਕਿੰਡ 40, ਥਰਡ ਆਪਾਂ 45 ਦਾ ਅੰਦਾਜ਼ਾ ਲਗਾਇਆ। 2003 ਦੇ ਵਿੱਚ ਹੈਗਾ ਜੀ 60। ਤਾਂ ਕਿਹੜੀਆਂ ਸਾਲਾਂ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਸੰਖਿਆ ਡਬਲ ਹੋਈ ਹੈ? ਯੈਸ, 30 ਤੋਂ 60 ਹੋਈ ਹੈ, ਡਬਲ ਹੋ ਗਈ, 30 ਦੂਣਾ 60। ਤਾਂ ਇਹ ਹੋਈ ਹੈ ਬੇਟਾ 2000 ਤੇ 2003। ਤਾਂ ਕਿਹੜੀ ਆਪਸ਼ਨ ਦੇ ਵਿੱਚ ਦਿਖ ਰਿਹਾ ਤੁਹਾਨੂੰ? ਚੌਥੀ ਆਪਸ਼ਨ ਦੇ ਵਿੱਚ, ਠੀਕ ਹੈ ਜੀ। ਸਮਝ ਆ ਗਿਆ ਇਹ ਵਾਲਾ ਕੁਐਸਚਨ ਤੁਹਾਨੂੰ? ਚਲੋ ਫਿਰ ਆਪਾਂ ਹੁਣ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਹਾਂਜੀ, ਇਹ ਅਗਲਾ ਕੁਐਸਚਨ ਦੇਖੋ। ਵੱਖ-ਵੱਖ ਪਰਚੀਆਂ ਉੱਤੇ 1 ਤੋਂ 10 ਤੱਕ ਸੰਖਿਆਵਾਂ ਲਿਖਤੀਆਂ, ਠੀਕ ਹੈ ਜੀ। ਨੰਬਰਸ 1 to 10 ਆਰ ਰਿਟਨ ਔਨ ਡਿਫਰੈਂਟ ਸਲਿਪਸ। ਸਲਿਪਸ ਆਰ ਪੁੱਟ ਇਨ ਏ ਬਾਕਸ, ਫਿਰ ਉਹਨੂੰ ਬਾਕਸ 'ਚ ਪਾਤਾ ਤੇ ਮਿਕਸ ਕਰ ਲਿਆ। ਅ ਸਲਿਪ ਇਜ਼ ਪੁਲਡ ਆਊਟ ਆਫ ਦਾ ਬਾਕਸ ਰੈਂਡਮਲੀ। ਬਿਨਾਂ ਦੇਖੇ ਆਪਾਂ ਉਹਦੇ ਵਿੱਚ ਇੱਕ ਪਰਚੀ ਕੱਢਣੀ ਹੈ। ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਏ ਨੰਬਰ ਲੈਸ ਦੈਨ 6? ਤਾਂ 6 ਤੋਂ ਛੋਟੀ ਸੰਖਿਆ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਹੈ? ਤਾਂ ਰਾਜੇ ਜਦੋਂ ਆਪਾਂ ਦੇਖੋ ਮੈਂ ਗਿਣਤੀ ਲਿਖ ਰਹੀ ਹਾਂ, ਇੱਦਾਂ ਦੀਆਂ ਪਰਚੀਆਂ ਬਣਾ ਲਈਆਂ 1 2 3 4 5 6 7 8 9 10 ਬਣਾ ਕੇ ਪਰਚੀਆਂ ਨੂੰ ਮੋੜਿਆ, ਬੈਗ 'ਚ ਪਾਤਾ। ਇੱਕ ਪਰਚੀ ਕੱਢਣੀ ਹੈ ਤੇ ਉਸ 'ਤੇ 6 ਤੋਂ ਛੋਟੀ ਸੰਖਿਆ, ਤਾਂ ਹੁਣ 6 ਤੋਂ ਛੋਟੀਆਂ ਕਿੰਨੀਆਂ ਸੰਖਿਆਵਾਂ ਨੇ ਜੀ? 5। ਇਹਦਾ ਮਤਲਬ ਅਨੁਕੂਲ ਪਰਿਣਾਮ ਕਿੰਨੇ ਹੋ ਗਏ? 5। ਟੋਟਲ ਕਿੰਨੇ ਨੇ? 10। ਘਟਾ ਲਓ ਬੇਟਾ ਜੀ, ਕਿੰਨਾ ਆ ਜਾਊਗਾ? 1/2। ਤਾਂ ਆਪਣੀ ਪ੍ਰੋਬੇਬਿਲਿਟੀ ਕਿੰਨੀ ਆ ਗਈ ਇਸ ਇਵੈਂਟ ਦੀ? 1/2, ਸੈਕਿੰਡ ਆਪਸ਼ਨ, ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ। ਇੱਕ ਕਿਸਾਨ ਦੀ ਡੇਅਰੀ ਵਿੱਚ 20 ਪਸ਼ੂਆਂ ਦੇ ਲਈ 6 ਦਿਨ ਦਾ ਭੋਜਨ ਪਿਆ। ਦੇਖੋ ਜੀ 20 ਪਸ਼ੂਆਂ ਦੇ ਲਈ 6 ਦਿਨ ਦਾ ਭੋਜਨ ਪਿਆ। ਜੇ ਕਹਿੰਦੇ ਉਸ ਡੇਅਰੀ ਵਿੱਚ 10 ਪਸ਼ੂ ਹੋਰ ਆ ਜਾਣ ਤਾਂ ਕਿੰਨੇ ਦਿਨ ਲਈ ਭੋਜਨ ਚੱਲੇਗਾ? A farmer's dairy has food for 6 days for 20 animals. If 10 more animals come to this dairy, then for how many days will this food be enough? ਤਾਂ ਬੇਟਾ ਪਹਿਲਾਂ 20 ਸੀਗੇ, ਹੁਣ ਉਹ ਕਿੰਨੇ ਹੋ ਗਏ? ਪਸ਼ੂ 30, ਕਿਉਂਕਿ ਇਸ ਸ਼ਬਦ 'ਤੇ ਧਿਆਨ ਦੇਣਾ, 10 ਨਹੀਂ ਹੋਰ ਆਏ। 10 ਮਤਲਬ ਹੁਣ ਇਸ ਟਾਈਮ 10 ਨਹੀਂ ਹੈ, 10 ਹੋਰ ਆਏ ਨੇ, ਮਤਲਬ ਪਹਿਲਾਂ ਵਾਲੇ 20 ਉੱਥੇ ਹੀ ਹੈਗੇ ਨੇ, ਤਾਂ ਇਹਦਾ ਮਤਲਬ ਉਹ 30 ਹੋ ਗਏ। ਤਾਂ ਹੁਣ ਉਹਨਾਂ ਨੇ ਪੁੱਛਿਆ ਵੀ ਇੱਥੇ ਉਹ ਜਿਹੜਾ ਭੋਜਨ ਹੈ ਉਹ ਕਿੰਨੇ ਦਿਨ ਚੱਲੇਗਾ। ਤਾਂ ਬੇਟਾ ਤੁਹਾਨੂੰ 13th ਚੈਪਟਰ ਦੇ ਵਾਂਗ ਹੀ ਮੈਂ ਇਹ ਸਮ ਸੋਲਵ ਕਰਵਾ ਰਹੀ ਹਾਂ। ਅਤੇ ਇੱਥੇ ਤੁਸੀਂ ਲਿਖਣਾ ਇਹ ਪਸ਼ੂ ਨੇ ਅਤੇ ਇਹ ਜਿਹੜੇ ਨੇ ਆਪਣੇ ਦਿਨ ਨੇ, ਅਤੇ ਇਹ ਉਲਟ ਅਨੁਪਾਤ ਹੈ, ਕਿਉਂਕਿ ਜਿੰਨੇ ਜ਼ਿਆਦਾ ਪਸ਼ੂ ਹੋਣਗੇ, ਇਹਨੂੰ ਕੀ ਲਿਖਾਂਗੇ ਆਪਾਂ? ਉਲਟ ਅਨੁਪਾਤ, ਇਨਵਰਸ ਪ੍ਰਪੋਰਸ਼ਨ। ਜਿੰਨੇ ਜ਼ਿਆਦਾ ਪਸ਼ੂ ਹੋਣਗੇ ਓਨੇ ਉਹ ਛੇਤੀ ਭੋਜਨ ਖਾ ਜਾਣਗੇ, ਠੀਕ ਹੈ ਜੀ। ਅਤੇ ਜੇ ਉਹ ਘੱਟ ਹੋਣਗੇ ਤਾਂ ਦਿਨ ਵੱਧ ਚੱਲੂਗਾ ਜਿਹੜਾ ਚਾਰਾ ਹੋਊਗਾ। ਹੁਣ ਇਹਨਾਂ ਨੂੰ ਸੋਲਵ ਕਿਵੇਂ ਕਰੀਦਾ? ਜੋ ਵੀ ਆਪਾਂ ਇੱਦਾਂ ਲਾਈਨ 'ਚ ਬਾਕਸ 'ਚ ਲਿਖਿਆ ਉਹਨਾਂ ਨੂੰ ਮਲਟੀਪਲਾਈ ਕਰਕੇ ਇੱਕ ਦੂਸਰੇ ਦੇ ਬਰਾਬਰ ਲਿਖਦੇ ਹੁੰਦੇ ਆ। ਫਿਰ ਐਕਸ ਕਿਹਦੇ ਇਕੁਅਲ ਆ ਗਿਆ ਜੀ? 20 × 6/30। ਮੈਥਡ ਯਾਦ ਰੱਖਣਾ ਤੁਸੀਂ, ਠੀਕ ਹੈ। 3 ਦੇ ਨਾਲ 6 ਕੱਟ ਗਿਆ, 2 ਆ ਗਿਆ। ਉੱਪਰ ਆਪਣੇ ਕੋਲ ਬਚੇ 2 × 2, ਮਤਲਬ ਇਹ ਭੋਜਨ ਜਿਹੜਾ ਹੈ ਉਹ ਕਿੰਨੇ ਦਿਨ ਚੱਲੇਗਾ? 4 ਦਿਨ ਲਈ।
ਤਾਂ ਕਿਹੜੀ ਆਪਸ਼ਨ ਦੇ ਵਿੱਚ ਆਨਸਰ ਲਿਖਿਆ ਹੋਇਆ? ਸੈਕਿੰਡ ਆਪਸ਼ਨ ਦੇ ਵਿੱਚ। ਠੀਕ ਹੈ, ਸਮਝ ਆ ਗਿਆ ਤੁਹਾਨੂੰ? ਇਹ ਜੇ ਉਲਟ ਅਨੁਪਾਤ ਹੁੰਦਾ ਬੇਟਾ ਤਾਂ ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰਕੇ ਇਕੁਐਲਿਟੀ ਦਾ ਸਾਈਨ ਪਾ ਕੇ ਇਕੁਏਸ਼ਨ ਸੋਲਵ ਕਰ ਲਈਦੀ ਹੈ। ਠੀਕ ਹੈ ਜੀ, ਇਹਨੂੰ ਯਾਦ ਰੱਖਣਾ। ਨੈਕਸਟ ਕੁਐਸਚਨ 53.07 ਦਾ ਵਿਸਤ੍ਰਿਤ ਰੂਪ ਲਿਖੋ। ਚੂਜ਼ ਦਾ ਐਕਸਪੈਂਡਿਡ ਫਾਰਮ। ਤਾਂ ਬੇਟਾ ਪਹਿਲਾਂ ਇਹਨੂੰ ਖੁਦ ਲਿਖ ਲਓ, ਹੈ ਨਾ। 53.07 ਹੈ ਤਾਂ ਜਿਹੜਾ ਡੈਸੀਮਲ ਤੋਂ ਪਹਿਲਾਂ ਵਾਲਾ 53 ਹੈ ਉਹ ਕੰਪਲੀਟ ਹੈ, ਉਹ ਪੂਰਨ ਹੈ, ਤਾਂ ਉਹਨੂੰ ਆਪਾਂ 50 + 3 ਲਿਖ ਸਕਦੇ ਹਾਂ। ਜਿਹੜਾ ਡੈਸੀਮਲ ਤੋਂ ਬਾਅਦ ਵਾਲਾ 0 ਹੈ ਉਹ 10th ਪਾਰਟ ਹੈ। ਇਹ ਆਪਾਂ 7th ਵਿੱਚ ਕਰੇ ਆਏ ਨਾ, 6th ਵਿੱਚ ਵੀ ਕਰ ਲਿਆ ਸੀ ਇਹਦਾ ਥੋੜ੍ਹਾ ਜਿਹਾ ਹਿੱਸਾ ਆਪਾਂ। 7 ਹੈ ਜਿਹੜਾ ਉਹ 100th ਪਾਰਟ ਹੈ। ਤਾਂ ਇਸ ਤਰ੍ਹਾਂ ਦੀ ਆਪਸ਼ਨ ਵੀ ਸਾਨੂੰ ਨਹੀਂ ਦਿਖ ਰਹੀ ਕਿਉਂਕਿ ਉਹਨੇ 5 ਨੂੰ ਵੀ ਹੋਰ ਖੋਲ੍ਹਿਆ ਹੋਇਆ। ਤਾਂ 5 × 10 ਲਿਖਿਆ ਹੋਇਆ, 3 × 1 ਲਿਖਿਆ ਹੋਇਆ, 0 ਇਹਨਾਂ ਨੇ ਮਿਸ ਕੀਤੀ ਹੋਈ ਹੈ ਅਤੇ 7/10 ਲਿਖਿਆ ਹੋਇਆ। ਓਵਰ ਨਹੀਂ, 7 × 1/100 ਇੱਦਾਂ ਲਿਖਿਆ ਹੋਇਆ। ਤਾਂ ਇਹ ਕਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ ਬੇਟਾ ਜੀ? 4th ਆਪਸ਼ਨ ਦੇ ਵਿੱਚ। ਤਾਂ ਐਕਸਪੈਂਡਿਡ ਫਾਰਮ ਵਿਸਤ੍ਰਿਤ ਰੂਪ ਨੂੰ ਧਿਆਨ ਨਾਲ ਸਮਝ ਲਓ ਕਿ ਡੈਸੀਮਲ ਤੋਂ ਪਹਿਲਾਂ ਜੋ ਵੀ ਹੈ ਉਹ ਪੂਰਨ ਹੈ। ਜੇ ਉਹ 507 ਲਿਖਿਆ ਹੁੰਦਾ ਫਿਰ ਆਪਾਂ ਉਹਨੂੰ ਕਿੱਦਾਂ ਲਿਖਦੇ? 5 × 100 + 0 × 10 + 7 × 1। ਠੀਕ ਹੈ ਜੀ, ਤਾਂ ਇੱਦਾਂ ਇਹਨਾਂ ਦੀ ਪ੍ਰੈਕਟਿਸ ਕਰੋ ਬੇਟਾ। ਤਾਂ ਕਿਹੜੀ ਆਪਸ਼ਨ ਆ ਗਈ ਇਹਦੇ ਵਿੱਚ? ਆਪਣੀ 4th ਆਪਸ਼ਨ। ਅਗਲਾ ਕੁਐਸਚਨ ਹੈ ਹੇਠਾਂ ਦਿੱਤੀਆਂ ਸੂਚੀਆਂ ਵਿੱਚੋਂ ਕਿਹੜੀਆਂ ਸੰਖਿਆਵਾਂ ਘਟਦੇ ਕ੍ਰਮ ਵਿੱਚ ਹਨ? ਆਪਾਂ ਲੱਭਣਾ ਕਿ ਕਿਹੜੀਆਂ ਘਟਦੇ ਕ੍ਰਮ 'ਚ ਨੇ, ਘਟ ਰਹੀਆਂ ਨੇ। ਤਾਂ ਬੇਟਾ ਜੀ ਇਹਦਾ ਆਨਸਰ ਆਊਗਾ 4th ਆਪਸ਼ਨ, ਕਿਉਂਕਿ ਦੇਖੋ ਪਹਿਲੇ 'ਚ ਹੈ 0.444, ਨੈਕਸਟ ਵਿੱਚ ਹੈ 0.43। ਜੇ ਆਪਾਂ ਕੰਪਲੀਟ ਕਰਨੇ ਹੁਣ 3 ਅੱਖਰ ਤਾਂ 0 ਪਾ ਦਾਂਗੇ, 0.4 ਫਿਰ 2 ਜ਼ੀਰੋਸ ਪਾ ਦਾਂਗੇ। ਪਹਿਲਾਂ ਜਿੰਨੇ ਕਰਨੇ ਨੇ ਨਾ ਆਪਾਂ 3 ਡਿਜਿਟ ਕਰਨੇ ਨੇ, ਫੇਰ ਹੀ ਕੰਪੈਰੀਜ਼ਨ ਸਹੀ ਹੋ ਸਕਦਾ ਹੁੰਦਾ। ਹੁਣ ਦੇਖੋ 444 ਜੇ ਆਪਾਂ ਆਮ ਭਾਸ਼ਾ 'ਚ ਬੋਲੀਏ, ਵੈਸੇ ਤਾਂ ਡੈਸੀਮਲ ਤੋਂ ਬਾਅਦ ਇੱਦਾਂ ਬੋਲ ਨਹੀਂ ਸਕਦੇ। 430, 400, 355 ਸਾਰੇ ਇਹ ਦੇਖੋ ਡਿਕਰੀਜ਼ਿੰਗ ਆਰਡਰ 'ਚ ਹੀ ਨੇ, ਡਿਸੈਂਡਿੰਗ ਆਰਡਰ 'ਚ ਹੀ ਨੇ। ਤਾਂ ਆਪਣੀ ਕਿਹੜੀ ਆਪਸ਼ਨ ਸਹੀ ਆ ਜੂਗੀ? 4th ਆਪਸ਼ਨ। ਨੈਕਸਟ ਕੁਐਸਚਨ ਦੇਖੋ, ਉਹਨੇ ਕਿਹਾ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਹੋ ਵੀ ਸਕਦਾ ਹੈ ਪਰ ਨਿਸ਼ਚਿਤ ਰੂਪ ਵਿੱਚ ਨਹੀਂ? ਵਿਚ ਆਫ ਦਾ ਫੋਲੋਇੰਗ ਕੈਨ ਹੈਪਨ ਬਟ ਨਾਟ ਸਰਟਨਲੀ। ਤਾਂ ਜਦੋਂ ਕਹਿੰਦੇ ਆਪਾਂ ਇੱਕ ਪਾਸਾ ਸੁੱਟਦੇ ਹਾਂ ਤਾਂ 8 ਆਊਗਾ। 8 ਔਨ ਥਰੋਇੰਗ ਏ ਡਾਈਸ, ਇਹ ਨਹੀਂ ਹੋ ਸਕਦਾ ਬੇਟੇ, ਕਿਉਂਕਿ ਡਾਈਸ ਦੇ ਉੱਪਰ 1 ਤੋਂ ਲੈ ਕੇ 6 ਤੱਕ ਹੀ ਲਿਖਿਆ ਹੁੰਦਾ। ਇੱਕ ਸਿੱਕਾ ਉਛਾਲਣ 'ਤੇ ਇੱਕ ਚਿੱਤ ਮਿਲੂਗਾ। ਗੈਟਿੰਗ ਏ ਹੈਡ ਔਨ ਟਾਸਿੰਗ ਏ ਕੁਆਇਨ। ਹਾਂਜੀ, ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ। ਠੀਕ ਹੈ। ਜਨਵਰੀ ਦੇ ਮਹੀਨੇ ਵਿੱਚ 31 ਦਿਨ ਹੋਣਾ। ਹਾਂਜੀ, ਇਹ ਤਾਂ ਹੋਊਗਾ ਹੀ, ਤਾਂ ਪੱਕਾ ਹੀ ਹੈ ਨਾ। ਇਹ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੋ ਵੀ ਸਕਦਾ ਪਰ ਨਿਸ਼ਚਿਤ ਰੂਪ ਨਾਲ ਨਹੀਂ। ਹਰ ਸਾਲ ਹੀ ਜਨਵਰੀ ਦਾ ਮੰਥ ਆਉਂਦਾ ਅਤੇ ਉਹਦੇ ਵਿੱਚ 31 ਦਿਨ ਹੁੰਦੇ ਨੇ। ਠੀਕ ਹੈ ਜੀ, ਤਾਂ ਇਹ ਇਸ ਦਾ ਆਨਸਰ ਨਹੀਂ ਹੋ ਸਕਦਾ। ਅਗਲੀ ਟ੍ਰੈਫਿਕ ਲਾਈਟ ਹਰੀ ਮਿਲੂਗੀ, ਨੈਕਸਟ ਟ੍ਰੈਫਿਕ ਲਾਈਟ ਵਿਲ ਬੀ ਗ੍ਰੀਨ। ਹਾਂਜੀ, ਇਹ ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ। ਤਾਂ ਆਪਣਾ ਆਨਸਰ ਕੀ ਆਊਗਾ? 2nd ਐਂਡ 4th। ਤਾਂ ਕਿਹੜਾ ਆਨਸਰ ਆ ਗਿਆ? 3rd ਆਪਸ਼ਨ ਦੇ ਵਿੱਚ ਲਿਖਿਆ ਹੋਇਆ 2nd ਐਂਡ 4th। ਕਲੀਅਰ ਹੋ ਗਿਆ ਬੇਟਾ ਜੀ? ਤਾਂ ਅੱਗੇ ਦੇਖੋ 12ਵਾਂ ਕੁਐਸਚਨ। ਉੱਪਰ ਦਿੱਤੀ ਸੰਖਿਆ ਰੇਖਾ ਨੂੰ ਦੇਖ ਕੇ ਦੱਸੋ ਕਿ ਹੇਠਾਂ ਦਿੱਤਿਆਂ ਵਿੱਚੋਂ ਕਿਸ ਦਾ ਮੁੱਲ ਸਭ ਤੋਂ ਜ਼ਿਆਦਾ ਹੋਵੇਗਾ। ਤਾਂ ਰਾਜੇ ਇਸ ਤਰ੍ਹਾਂ ਦੇ ਕੁਐਸਚਨ ਕਰਨ ਲਈ ਕਨਫਿਊਜ਼ ਨਹੀਂ ਹੋਣਾ। B ਨੂੰ ਕੁਛ ਮੰਨ ਲਓ 1, A ਨੂੰ ਕੁਛ ਮੰਨ ਲਓ -1 ਹੀ ਮੰਨਣਾ ਪਊਗਾ, ਕਿਉਂਕਿ ਜਦੋਂ 0 ਤੋਂ ਨੈਗੇਟਿਵ ਹੈ, 0 ਤੋਂ ਲੈਫਟ ਸਾਈਡ ਹੈ ਤਾਂ ਮਾਈਨਸ ਹੋਊਗੀ। ਕੱਲੇ ਕੱਲੇ ਆਪਸ਼ਨ ਦੀ ਵੈਲਿਊ ਕੱਢ ਲਓ। ਲਾਸਟ ਵਾਲੇ ਨੂੰ ਦੇਖੋ, A/B ਹੈ ਤਾਂ ਮਾਈਨਸ ਦਾ 1/1 ਕਰਾਂਗੇ, -1 ਆ ਗਿਆ। A/B ਹੈ, ਮਾਈਨਸ ਦੇ 1 ਨੂੰ 1 ਨਾਲ ਮਲਟੀਪਲਾਈ ਕਰਾਂਗੇ, ਮਾਈਨਸ ਦਾ ਹੀ 1 ਆਊਗਾ। ਠੀਕ ਹੈ ਜੀ। B - A ਹੈ, ਸੈਕਿੰਡ ਆਪਸ਼ਨ ਇੱਥੇ ਲਿਖ ਰਹੀ ਹਾਂ ਮੈਂ। 1 ਫਿਰ ਮਾਈਨਸ ਲਿਖਿਆ, ਫਿਰ -1 ਲਿਖਿਆ, ਤਾਂ 1 + 1 ਕਿੰਨਾ ਹੋ ਗਿਆ? 2। ਫਸਟ ਆਪਸ਼ਨ ਮੈਂ ਇੱਥੇ ਲਿਖ ਰਹੀ ਹਾਂ। A ਹੈਗਾ ਸੀ ਆਪਣਾ -1 + B ਹੈਗਾ ਸੀ ਆਪਣਾ 1, ਆਨਸਰ ਆ ਗਿਆ 0। ਤਾਂ ਕਿਹੜੀ ਵੈਲਿਊ ਸਭ ਤੋਂ ਜ਼ਿਆਦਾ ਆਈ ਹੈ ਬੇਟਾ? ਸੈਕਿੰਡ ਆਪਸ਼ਨ ਦੀ, B - A ਦੀ। ਤਾਂ ਇੱਦਾਂ ਹੀ ਤੁਸੀਂ ਪੇਪਰ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਕੋਈ ਛੋਟੀ ਜਿਹੀ ਵੈਲਿਊ ਲੈ ਕੇ ਉਹਨੂੰ ਚੈੱਕ ਕਰਕੇ ਦੇਖ ਲੈਣਾ। ਅਗਲਾ ਕੁਐਸਚਨ ਦੇਖੋ, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਦੋ ਸੰਖਿਆਵਾਂ ਦਾ ਜੋੜ -5 ਹੈ? ਦੇਖੋ ਜੋੜ ਕਹਿ ਰਹੇ ਹੈ, ਠੀਕ ਹੈ ਜੀ, ਸਮ। ਤਾਂ ਆਪਾਂ ਕੀ ਕਰਾਂਗੇ? ਸਮ ਹੀ ਕਰਕੇ ਦੇਖਾਂਗੇ। ਜਦੋਂ ਇਹਨੂੰ ਸਮ ਕੀਤਾ, ਦੇਖੋ 10 ਪਲੱਸ ਦਾ 5 ਮਾਈਨਸ ਦਾ, ਤਾਂ ਪਲੱਸ ਦਾ ਹੀ 5 ਆਏਗਾ। ਨੈਕਸਟ ਮਾਈਨਸ ਦਾ 10 ਹੈ, ਮਾਈਨਸ ਦਾ 5 ਹੈ, ਅਤੇ ਇਹ ਤਾਂ ਮਾਈਨਸ ਦਾ 15 ਬਣ ਗਿਆ। ਠੀਕ ਹੈ, ਪਹਿਲੇ ਦੋ ਆਪਸ਼ਨ ਤਾਂ ਨਹੀਂ ਹੋ ਸਕਦੇ। ਤੀਜੇ ਨੂੰ ਚੈੱਕ ਕਰਦੇ ਹਾਂ।
माइनस का 10 है प्लस का 5 है। देखो ऑपोजिट साइन ने करना तो आप नैगेटिव है, साइन अपना वड्डे अखर का लगना है। हाँ जी बिल्कुल सही हो गया, अपना सम माइनस का 5 आ चुका है। किहड़ी ऑप्शन दे विच? थर्ड ऑप्शन दे विच। ठीक है जी, क्लीयर हो गया है सम तुहानू। नैक्सट ये जिहड़ा नैक्सट क्वेश्चन है बेटे थोड़ा जा घट विजिबल है, पिक्की यह जी आई है। ये मैं बहुत बार ट्राई किया पर यह क्लीयर नहीं हुई। मे बी ये बुक ते आए होवे पर पता नहीं है पिक क्लीयर नहीं आई। मैं थोड़ा क्लीयरली लिख दिनी हाँ, ठीक है, तो क्लीयर हो जाऊगा भी ये है की है। पहली ऑप्शन है 2 + 1/4, दूजी है 2 गुणा 1/4, तीजी है 2 डिवाइडेड बाय 1/4 तो चौथी है 2 - 1/4। तो की कहा ने चूज़ द करैक्ट ऑप्शन, आप करैक्ट ऑप्शन चुननी है। हाँ जी, तो पहली जी भिन्न है बेटा वो 1/4 है, दूजी भी 1/4 है। क्यों? देखो एक खाना कलर है, 4 टोटल ने, तो जोड़ा आंसर बनया इन्हें बराबर पाया उरे, जोड़ा आंसर बनया वो हैगा 2/4 क्योंकि 2 खाने भरे हुए ने। तो ये की किता 1/4 ते 1/4 नूं कि 2/4 बन गए, दसो जी। हाँ जी, तो आप इनू कहांगे मल्टीप्लाई किया होया 2 टाइम्स 1/4 नूं मल्टीप्लाई किया तां ही ये 2/4 बनिया। तो किहड़ी ऑप्शन दे विच आपां नूं ये दिख रहा है 2 × 1/4? सैकेंड ऑप्शन दे विच। क्लीयर है जी। तो अज दी इस वीडियो का लास्ट क्वेश्चन देखो, कहंदे किसे संख्या दे विचों माइनस का 1 घटाउण ते, मैं लिख रही हूँ क्योंकि ये भी विजिबल थोड़ा घट है, 0 प्राप्त होंदा है। ऑन सबट्रैक्टिंग -1 फ्रॉम ए नंबर वी गैट 0। शब्द ते ध्यान दिओ बेटा, उन्हें कहा माइनस का 1 घटाउणा है, तो जे आप 0 दे विचों घटाउने आ माइनस का 1 तो वह बन गया 0 + 1 मतलब 1। पहली ऑप्शन तो नहीं हो सकती। दूजी ऑप्शन है 1, जे आप 1 दे विचों घटाउने आ माइनस का 1 तो यह बन जाएगा राजे 2। नहीं जी, इत्थे भी अपनी 0 नहीं बनी। थर्ड है माइनस का 1, वो आप घटाना है -1 तो इत्थे आ जाऊगा +1, 1 चों 1 गए 0। हाँ जी, यही ऑप्शन है जिहदे विचों -1 जिहड़ा है घटाउण ते जिहड़ा आंसर है वो 0 बन जाएगा। तो ये सी बेटा अपने 1 तो लैके 15 क्वेश्चनस। जल्द ही मिलते हैं अपनी नैक्सट वीडियो दे विच, जिहदे विच होणगे नैस पेपर 5 के 16 तो 30 क्वेश्चनस। ठीक है जी, थैंक यू बच्चे, बाय जी।